ਸੋ ਤੁਸੀਂ ਦੇਖੋ ਕੰਮ ਕਰਦੇ ਹੋ ਤੇ ਇੰਨਾ ਤਾਂ ਸਮਾਂ ਨਹੀਂ ਹੁੰਦਾ ਕਿਸੇ ਕੋਲ ਕਿ ਤੁਸੀਂ ਸਾਰਾ ਆਪਣਾ ਅਕਾਊਂਟਸ ਜਾਂ ਬੁੱਕ ਕੀਪਿੰਗ ਕਰ ਸਕੋ ਜਾਂ ਟੈਕਸਿਸ ਦੇ ਜਿਹੜੀ ਰਿਟਰਨਸ ਭਰ ਸਕੋ, ਤਾਂ ਤੁਸੀਂ ਫਿਰ ਐਕੂਰੇਟ ਅਕਾਊਂਟਸ ਐਂਡ ਟੈਕਸਿਸ ਦੀ ਸੇਵਾ ਜ਼ਰੂਰ ਲਓ। ਮਹਿੰਦਰ ਸਿੰਘ ਸੋਲ ਤੇ ਲੋਕਪਾਲ ਸਿੰਘ ਸੋਲ ਹੋਰੀ ਬਹੁਤ ਮਾਹਿਰ ਨੇ ਬੁੱਕ ਕੀਪਿੰਗ, ਟਰੱਕ ਬੁੱਕ ਕੀਪਿੰਗ, ਪਰਸਨਲ ਟੈਕਸਿਸ, ਪੇਰੋਲ ਐਂਡ ਪੇਰੋਲ ਟੈਕਸਿਸ, ਸਟੇਟ ਟੈਕਸਿਸ, ਸੋ ਤਮਾਮ ਤਰ੍ਹਾਂ ਦੇ ਟੈਕਸਿਸ ਤੇ ਅਕਾਊਂਟਸ ਦੇ ਲਈ 24915104 ਐਵੀਨਿਊ ਕੈਂਟ ਵਾਸ਼ਿੰਗਟਨ ਦੇ ਵਿੱਚ ਤੁਸੀਂ ਇਹਨਾਂ ਨਾਲ 253 520 8886 2535208886 ਦੇ ਉੱਤੇ ਤੁਸੀਂ ਆਪਣਾ ਸੰਪਰਕ ਕਰ ਸਕਦੇ ਹੋ। ਸੋ ਪ੍ਰੋਗਰਾਮ ਸ਼ਮਾਦਾਨ ਦੇ ਵਿੱਚ ਹਮੇਸ਼ਾ ਹੀ ਸਾਡੀ ਇਹ ਕੋਸ਼ਿਸ਼ ਰਹਿੰਦੀ ਹੈ ਕਿ ਤੁਹਾਨੂੰ ਅੱਛੇ ਤੋਂ ਅੱਛੇ ਜਿਹੜਾ ਹੈ ਜੀ ਆਪਣਾ ਕੀਤਾ ਜਾਵੇ। ਸੋ ਇੱਕ ਹੋਰ ਖਾਸ ਸੂਚਨਾ, ਕੁਇਕ ਟਰੱਕ ਲੀਵ ਵੱਲੋਂ 2 ਸਤੰਬਰ ਨੂੰ ਕਸਟਮਰ ਐਪਰੀਸ਼ੀਏਸ਼ਨ ਦੇ ਲਈ 75% ਆਫ ਕੀਤਾ ਜਾ ਰਿਹਾ ਜੀ। ਇਹਨਾਂ ਦੀ ਲੋਕੇਸ਼ਨ ਹੈ ਜੀ ਹਾਈਵੇ 401 ਐਗਜ਼ਿਟ 268 ਦੇ ਉੱਤੇ, ਤਾਂ 1010 ਇੰਡਸਟਰੀਅਲ ਰੋਡ ਅੰਟੇਰੀਓ ਦੇ ਵਿੱਚ। ਤਾਂ ਤੁਸੀਂ ਇੱਥੇ ਜਾ ਕੇ ਆਪਣਾ ਆਪਦੀ ਬੁਕਿੰਗ ਹੈ ਜਿਹੜੀ ਕਰ ਲਓ। ਫ੍ਰੀ ਬਾਰਬੀਕਿਊ ਹੋਏਗਾ, ਫ੍ਰੀ ਟਰੱਕ ਗਰੀਸ ਹੋਏਗੀ। ਅਤੇ ਜੇਕਰ ਤੁਹਾਡੇ ਘਰ ਮਹਿਮਾਨ ਆ ਗਏ ਆ ਜੀ, ਜਾਂ ਫਿਰ ਤੁਸੀਂ ਫੂਡ ਔਡਰ ਕਰਨਾ ਹੈ, ਜਾਂ ਬੱਚਿਆਂ ਦਾ ਮਨ ਕੀਤਾ ਵੀ ਡਾਈਨ ਆਊਟ ਕਰੀਏ, ਫੈਮਿਲੀ ਡਾਈਨ ਆਊਟ ਕਰਨਾ, ਤਾਂ ਤੁਸੀਂ ਫਿਰ ਮੱਖਣ ਨਾਗਰਾ ਹੋਣਾ ਦਾ ਸਪਾਈਸ ਬਲਿਸ ਇੰਡੀਅਨ ਰੈਸਟੋਰੈਂਟ ਕਦੇ ਨਾ ਭੁੱਲਣਾ। ਇਹ ਬਹੁਤ ਵੱਡੇ ਪੱਧਰ ਦੇ ਉੱਤੇ ਕੈਟਰਿੰਗ ਵੀ ਕਰਦੇ ਆ, ਜਿੰਨੇ ਮਰਜ਼ੀ ਗੈਸਟ ਹੋਣ। ਤਾਂ ਤੁਸੀਂ ਇਹਨਾਂ ਨਾਲ 2063531699 2532467296 ਦੇ ਉੱਤੇ ਤੁਸੀਂ ਸੰਪਰਕ ਕਰ ਸਕਦੇ ਹੋ। ਰੇਡੀਓ ਪੰਜਾਬ ਟੂਡੇ ਦਾ ਹਵਾਲਾ ਦੇਣਾ ਨਾ ਭੁੱਲਣਾ। ਅਤੇ ਮੇਰੇ ਨਾਲ ਇਸ ਵਕਤ ਡਾਕਟਰ ਸ਼ਿੰਦਰ ਕੌਰ ਹੋਰੀ ਜੁੜ ਗਏ ਨੇ। ਭੈਣ ਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ, ਤੇ ਤੁਹਾਡੇ ਰਾਹੀਂ ਜਿੰਨੇ ਵੀ ਸੁਣ ਰਹੇ ਨੇ ਸਭਨਾਂ ਨੂੰ ਨਿੱਘੀ ਫਤਿਹ ਜੀ। ਭੈਣ ਜੀ ਅੱਜ ਦਾ ਵਿਸ਼ਾ ਜਿਹੜਾ ਹੈ ਸਮਾਜ ਨਾਲ ਬੜਾ ਅਹਿਮ ਜੁੜਿਆ ਵਿਸ਼ਾ ਹੈ। ਮੈਨੂੰ ਯਾਦ ਹੈ ਕਿ ਅੱਜ ਤੋਂ ਕੋਈ 10-11 ਸਾਲ ਪਹਿਲਾਂ ਮੈਂ ਇੱਕ ਅਖਬਾਰ ਦੇ ਵਿੱਚ ਆਰਟੀਕਲ ਲਿਖਿਆ ਸੀ ਕਿ ਪੁੱਤਰ ਪ੍ਰਾਪਤੀ ਦੇ ਲਈ, ਕਿਉਂਕਿ ਭਾਰਤ ਦੇ ਵਿੱਚ ਤਾਂ ਤੁਸੀਂ ਸਿਆਣੇ ਹੋ ਵੀ ਇੱਥੇ ਉਦੋਂ ਸਖਤੀ ਸੀਗੀ, ਤਾਂ ਲੋਕਾਂ ਨੇ ਜਿਹੜਾ ਰੁੱਖ ਕਰ ਲਿਆ ਸੀਗਾ ਥਾਈਲੈਂਡ ਅਤੇ ਸਿੰਗਾਪੁਰ ਦਾ। ਉੱਥੇ ਸੈਕਸਡ ਜਿਹੜਾ ਸਪਰਮਸ ਵਾਸ਼ ਕਰਕੇ ਉਵੇਂ ਸਪਰਮਸ ਜਿਹੜੇ ਆ ਪਾਏ ਜਾਂਦੇ ਸੀ, ਉਹਨੂੰ ਟੈਸਟ ਟਿਊਬ ਬੇਬੀ ਦੇ ਤੌਰ ਦੇ ਉੱਤੇ ਬੱਚਾ ਜਿਹੜਾ ਮੁੰਡਾ ਹੁੰਦਾ ਸੀ। ਸੋ ਇਹ ਜਿਹੜਾ ਪੁੱਤਰ ਪ੍ਰਾਪਤੀ ਅੱਜ ਦੀ ਨਹੀਂ, ਬੜੇ ਲੰਮੇ ਸਮੇਂ ਤੋਂ ਹੈ। ਇਹਦੇ 'ਤੇ ਔਰਤਾਂ 'ਤੇ ਜਿਹੜਾ ਹੈ ਤਸ਼ੱਦਦ ਕੀਤਾ ਜਾਂਦਾ ਹੈ, ਉਸ ਔਰਤ ਨੂੰ ਨੀਵਾਂ ਦਿਖਾਇਆ ਜਾਂਦਾ ਸੀ। ਪਹਿਲਾਂ ਤਾਂ ਬਾਂਝ ਇੱਕ ਆਪਣੇ ਆਪ ਦੇ ਵਿੱਚ ਸਰਾਪ ਸੀ। ਜੇਕਰ ਕੁੜੀਆਂ ਹੋ ਗਈਆਂ ਤਾਂ ਔਂਤ ਢੇਰੀ ਮੰਨਿਆ ਜਾਂਦਾ ਸੀ। ਕਹਿੰਦਾ ਫਲਾਨੇ ਕੋਲੇ ਤਾਂ ਔਂਤ ਢੇਰੀ ਆ। ਔਂਤ ਢੇਰੀ ਨੂੰ ਕੋਈ ਚੰਗਾ ਨਹੀਂ ਸੀ ਪਹਿਲਾਂ ਸਮਝਦੇ ਲੋਕ। ਹੁਣ ਤਾਂ ਤੁਹਾਨੂੰ ਪਤਾ ਵੀ ਮਿਲੇ ਸਹੀ ਕਿਤੋਂ ਕੁਛ ਲੋਕ ਹੜੱਪ ਲੈਂਦੇ ਨੇ। ਸੋ ਅੱਜ ਜਿਹੜਾ ਇੱਕ ਮੇਰੇ ਲਈ ਬਹੁਤ ਅਹਿਮ ਮਸਲਾ ਹੈ ਕਿ ਦੇਖੋ, ਸਭ ਤੋਂ ਵੱਡੀ ਗੱਲ ਹੈ ਕਿ ਜਿਹੜੀਆਂ ਸਾਡੀਆਂ ਬੀਬੀਆਂ ਨੇ, ਸਾਡੇ ਔਰਤਾਂ ਨੇ ਜਾਂ ਭੈਣਾਂ ਨੇ, ਅਤੇ ਉਹ ਜਿਹੜਾ ਤਸ਼ੱਦਦ ਚੱਲਦੀਆਂ ਨੇ ਕਿ ਉਹ ਮਾਂ ਜਿਹੜੀ ਆ ਪੁੱਤਰ ਦੀ ਮਾਂ ਨਹੀਂ ਬਣ ਪਾਉਂਦੀਆਂ। ਇਹਦੇ ਵਿੱਚ ਕੀ ਕਾਰਨ ਨੇ? ਕੀ ਇਹਦੇ ਵਿੱਚ ਮਰਦ ਦੋਸ਼ੀ ਹੈ ਕਿ ਔਰਤ ਦੋਸ਼ੀ ਹੈ? ਫਿਰ ਇਹਦੇ ਉੱਤੇ ਅੱਗੇ ਵੀ ਗੱਲ ਜਾ ਕੇ ਕਰਾਂਗੇ ਕਿ ਪੰਜਾਬ ਦੇ ਵਿੱਚ ਇੱਕ ਮੰਡੀ ਜਿਹੜੀ ਨਵੀਂ ਪੈਦਾ ਹੋ ਗਈ ਹੈ, ਸਪਰਮ ਦੀ ਮੰਡੀ ਪੈਦਾ ਹੋ ਗਈ ਹੈ, ਉਹਦੇ ਵੀ ਆਪਾਂ ਖੁਲਾਸਾ ਕਰਾਂਗੇ ਜੀ। ਦੇਖੋ, ਔਰਤ ਦੇ ਜਿਸਮ ਵਿੱਚ 2 ਐਕਸ ਕ੍ਰੋਮੋਸੋਮ ਹੁੰਦੇ ਨੇ, ਜਦਕਿ ਮਰਦ ਦੇ ਜਿਸਮ ਵਿੱਚ 1 ਐਕਸ ਤੇ 1 ਵਾਈ ਕ੍ਰੋਮੋਸੋਮ ਜੀ। ਸੋ ਇਹਦਾ ਮਤਲਬ ਸਪਸ਼ਟ ਹੈ ਕਿ ਜੇ ਮੁੰਡਾ ਪੈਦਾ ਹੋਣਾ ਹੈ ਤਾਂ ਉਹਦੇ ਲਈ 1 ਵਾਈ ਕ੍ਰੋਮੋਸੋਮ ਤੇ 1 ਐਕਸ ਕ੍ਰੋਮੋਸੋਮ ਦੀ ਲੋੜ ਹੁੰਦੀ ਜੀ। ਸੋ ਉਹ ਵਾਈ ਕ੍ਰੋਮੋਸੋਮ ਕਿਉਂਕਿ ਸਿਰਫ ਹੀ ਮਰਦ ਦੇ ਸਰੀਰ ਅੰਦਰ ਹੈ, ਔਰਤ ਕੋਲ ਤੇ ਹੈ ਹੀ ਨਹੀਂ। ਸੋ ਜੋ ਵੀ ਚੀਜ਼ ਤੁਰਨੀ ਹੈ, ਜੇ ਮਰਦ ਵੱਲੋਂ ਵਾਈ ਕ੍ਰੋਮੋਸੋਮ ਤੁਰਨਾ ਤਾਂ ਮੁੰਡਾ ਹੋਏਗਾ, ਮਰਦ ਵੱਲੋਂ ਐਕਸ ਕ੍ਰੋਮੋਸੋਮ ਤੁਰਨਾ ਤਾਂ ਕੁੜੀ ਹੋਏਗੀ ਜੀ। ਯਾਨੀ ਇੱਕ ਤਰ੍ਹਾਂ ਜੇ ਕਸੂਰਵਾਰ ਔਰਤ ਮੰਨੀ ਜਾਂਦੀ ਹੈ ਜਿਸ ਕੋਲ ਕਿ ਹਾਣੀ 2 ਐਕਸ ਕ੍ਰੋਮੋਸੋਮ ਦਾ ਮਤਲਬ ਹੈ ਕਿ ਮੈਂ ਕਸੂਰਵਾਰ ਤਾਂ ਨਹੀਂ ਕਵਾਂਗੀ, ਜ਼ਿੰਮੇਵਾਰੀ ਕੁਦਰਤ ਨੇ ਮਰਦ ਉੱਤੇ ਦਿੱਤੀ ਹੈ ਕਿ ਉਹਦੇ ਘਰ ਮੁੰਡਾ ਜੰਮਣਾ ਹੈ ਜਾਂ ਕੁੜੀ ਜੀ। ਹੁਣ ਇਹਦੇ ਉੱਤੇ ਤੁਸੀਂ ਹੱਸੋਗੇ ਜੇ ਮੈਂ ਦੱਸਾਂ, ਪਹਿਲੀ ਵਾਰ ਜਾਣਕਾਰੀ ਜਦੋਂ ਦੇਣੀ ਸ਼ੁਰੂ ਕੀਤੀ ਗਈ ਤਾਂ ਸਭ ਤੋਂ ਪਹਿਲਾਂ ਇਹ ਸੀ ਗੱਲ ਸ਼ੁਰੂ, ਨਾ ਜੀ ਨਾ, ਇਹ ਝੂਠ ਹੈ, ਸਭ ਕੁਛ ਹੈ ਹੀ ਨਹੀਂ ਜੀ, ਕਸੂਰਵਾਰ ਤਾਂ ਕੁੜੀ ਔਰਤ ਹੀ ਹੁੰਦੀ ਹੈ। ਤਾਂ ਜ਼ਾਹਰ ਹੈ ਕਿ ਲੋਕ ਸਿਰਫ ਕਿਸੇ ਹੀ ਤਰੀਕੇ ਜੋ ਹੀ ਮਰਜ਼ੀ ਢੰਗ ਲੱਭੇ ਕੱਢ ਦੇਣਗੇ, ਯਾਨੀ ਅਸਲ ਬਣਤਰ ਤੋਂ ਵੀ ਇਨਕਾਰੀ ਸਰੀਰ ਤੋਂ ਹੋ ਜਾਂਦੇ ਨੇ ਵੀ ਨਹੀਂ ਜੀ ਨਹੀਂ, ਕਸੂਰ ਔਰਤ ਦਾ ਹੀ ਕੱਢਣਾ ਜੀ।
ਇਹ ਸੋਚ ਇਸ ਅੱਜ ਦੇ ਦਿਨ ਜੇ ਗੱਲ ਕਰੀਏ 2022 ਵਿੱਚ ਵੀ ਅੱਜ ਤੱਕ ਵੀ ਸੀਮਤ ਜੇ ਕਿਸੇ ਨੂੰ ਸਮਝਾਉਣ ਦੀ ਵੀ ਕੋਸ਼ਿਸ਼ ਕਰੋਗੇ ਤਾਂ ਕਹਿਣਗੇ ਨਹੀਂ ਨਹੀਂ ਜੀ ਇਹ ਤੁਸੀਂ ਗਲਤ ਕਹਿ ਰਹੇ ਹੋ ਜੀ, ਅਸਲ ਤਾਂ ਇਹੀ ਹੈ। ਸੋ ਇਹ ਤੁਸੀਂ ਸਮਝ ਲਓ ਕਿ ਅਸੀਂ ਕਿਸ ਲੈਵਲ ਤੇ ਜਾ ਕੇ ਅਜੇ ਜੰਗ ਵਿੱਢ ਰਹੇ ਹਾਂ, ਜਿੱਥੇ ਲੋਕਾਂ ਨੂੰ ਇਹ ਜਾਣਕਾਰੀ ਦੇਣੀ ਕਿ ਭਾਈ ਤੁਸੀਂ ਹੁਣ ਜਿਨ੍ਹਾਂ ਨੂੰ ਸਮਝ ਆ ਚੁੱਕੀ ਉਹ ਹੋਰ ਵੀ ਉਲਟ ਤੁਰ ਗਏ ਕਿ ਅੱਛਾ ਜੇ ਇਹ ਹੈ ਫਿਰ ਸਾਡਾ ਇੰਜ ਕਰੋ, ਅਸੀਂ ਆਪਣਾ ਹੀ ਸਪਰਮ ਸਾਡੇ ਕੱਢ ਕੇ ਤੇ ਦੇਖੋ ਅਸੀਂ ਦੇ ਆਨੇ ਆ ਵੀਰਜ ਤੇ ਸਾਡਾ ਜੀ ਕੱਢ ਕੇ ਉਹਦੇ ਚੋਂ ਵਾਈ ਕ੍ਰੋਮੋਸੋਮ ਕੱਢ ਕੇ ਕੱਲਾ ਦੇ ਦਿਓ। ਯਾਨੀ ਇੱਕ ਪਾਸੇ ਉਹ ਇਨਕਾਰੀ ਹੋ ਜਾਣਾ ਨਾ ਜੀ ਨਾ ਇਹ ਗੱਲ ਹੀ ਨਹੀਂ ਹੈ ਹੀ ਕਸੂਰਵਾਰ ਔਰਤ, ਤੇ ਦੂਜੇ ਪਾਸੇ ਇਸ ਹੱਦ ਤੱਕ ਜਾਣਾ ਕਿ ਠੀਕ ਹੈ ਜੀ ਕੱਲਾ ਵਾਈ ਕੱਢ ਦਿਓ ਜੀ। ਹੁਣ ਇਹ ਦੋਨੋਂ ਐਕਸਟ੍ਰੀਮਸ ਦੇ ਵਿੱਚ ਜਿੱਥੇ ਹੁਣ ਬਹੁਤ ਵੱਡੀ ਗਿਣਤੀ ਸਾਡੇ ਇਸ ਵੇਲੇ ਨੌਜਵਾਨ ਜਿਨ੍ਹਾਂ ਦੇ ਕਿ ਹੁਣ ਬੱਚਾ ਹੀ ਨਹੀਂ ਠਹਿਰ ਸਕਣਾ, ਉਹ ਗਿਣਤੀ ਵੀ ਕਾਫੀ ਹੱਦ ਤੱਕ ਵਧੀ ਜਾਂਦੀ ਹੈ, ਜਿਸ ਚ ਕਾਰਨ ਭਾਵੇਂ ਉਹ ਨਸ਼ਾ ਹੋਵੇ ਜਾਂ ਉਹ ਐਨਾਬੋਲਿਕ ਸਟੀਰੋਇਡ ਜੋ ਆਪਣੇ ਮਸਲਸ ਬਣਾਉਣ ਲਈ ਜਿਮ ਦੇ ਵਿੱਚ ਲੋੜੋਂ ਵੱਧ ਵਰਤ ਰਹੇ ਨੇ ਉਹਨਾਂ ਦੇ ਕਾਰਨ ਹੋਵੇ, ਜਾਂ ਕੋਈ ਬਚਪਨ ਦੀ ਕੋਈ ਬਿਮਾਰੀ ਜਿਵੇਂ ਕੰਨ ਪੇੜਿਆਂ ਦੀ ਹੋਈ ਹੋਵੇ, ਜਾਂ ਫਿਰ ਇਸ ਵੇਲੇ ਦੇ ਸਾਨੂੰ ਪਤਾ ਹੀ ਹੈ ਜਿਸ ਤਰੀਕੇ ਦੇ ਨਸ਼ੇ ਦਾ ਰੁਝਾਨ ਤੁਰਿਆ ਹੋਇਆ। ਉਹਨਾਂ ਤੋਂ ਇਲਾਵਾ ਇੱਕ ਲੈਪਟਾਪ ਜੋ ਤੁਸੀਂ ਆਪਣੀ ਗੋਦੀ ਵਿੱਚ ਰੱਖ ਕੇ ਪੱਟਾਂ ਤੇ 20 ਮਿੰਟ ਤੋਂ ਵੱਧ ਜੇ ਦੇਖਿਆ ਜਾਂਦਾ ਹੋਵੇ ਤਾਂ ਉਹਦੇ ਵਿੱਚ ਵੀ ਇੱਕ ਅਹਿਮ ਕਾਰਨ ਜੇ ਜੋ ਸਾਡੇ ਸ਼ੁਕਰਾਣੂਆਂ ਦਾ ਜਾਂ ਕੁੜੀਆਂ ਦੇ ਵਿੱਚ ਉਹਨਾਂ ਦੇ ਐਗਸ ਦੇ ਉੱਤੇ ਇਹਦੀ ਕਾਫੀ ਜ਼ਿਆਦਾ ਅਸਰ ਵੇਖਿਆ ਗਿਆ। ਨਪੁੰਸਕਤਾ ਦਾ ਇੱਕ ਮੇਜਰ ਕਾਰਨ ਨੌਜਵਾਨਾਂ ਦੇ ਵਿੱਚ ਵੀ ਦਿਸਣ ਲੱਗ ਗਿਆ। ਸੋ ਇਹ ਸਾਰੀਆਂ ਚੀਜ਼ਾਂ ਦੇ ਨਾਲੋਂ ਨਾਲ ਬਹੁਤ ਸਾਰੀਆਂ ਦਵਾਈਆਂ ਹੋਰ ਜਾਂ ਏਦਾਂ ਦੀਆਂ ਕਈ ਬਿਮਾਰੀਆਂ ਨੇ ਜਿਨ੍ਹਾਂ ਦੇ ਵਿੱਚ ਇਹ ਨਪੁੰਸਕ ਬਣ ਸਕਦੇ ਨੇ, ਜਾਂ ਔਰਤਾਂ ਵਿੱਚ ਰਸੌਲੀਆਂ ਹੋਣੀਆਂ, ਬੱਚੇਦਾਨੀ ਦੁਫਾੜ ਹੋਣੀ, ਜਾਂ ਬੱਚੇਦਾਨੀ ਦਾ ਮੂੰਹ ਖੁੱਲਾ ਹੋਣਾ, ਜਾਂ ਹੋਰ ਜਾਂ ਅੰਡਕੋਸ਼ ਦੇ ਰੋਗ, ਕਈ ਵਾਰ ਜਮਾਂਦਰੂ ਨੁਕਸ ਹੁੰਦੇ ਨੇ, ਕੋਈ ਜੈਨੇਟਿਕ ਰੋਗ ਹੁੰਦੇ ਨੇ, ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਕਿਸੇ ਔਰਤ ਨੂੰ ਜਾਂ ਕਿਸੇ ਮਰਦ ਨੂੰ ਬੱਚਾ ਪੈਦਾ ਨਾ ਕਰ ਸਕਣ ਯੋਗਾ ਬਣਾ ਦਿੰਦੀਆਂ ਨੇ। ਹੁਣ ਇਹਨਾਂ ਦੇ ਵਿੱਚ ਕਈ ਤਾਂ ਨੇ ਜਿਨ੍ਹਾਂ ਦਾ ਇਲਾਜ ਹੋ ਸਕਦਾ ਜੇ, ਜਿਨ੍ਹਾਂ ਵਿੱਚ ਅਸੀਂ ਉਹਨਾਂ ਨੂੰ ਕਹਿੰਦੇ ਆ ਕਿ ਇਲਾਜ ਕਰਾਓ ਤਾਂ ਤੁਸੀਂ ਸਗੋਂ ਬਿਲਕੁਲ ਠੀਕ ਹੋ ਜਾਓਗੇ, ਪਰ ਕਿਉਂਕਿ ਇਹ ਦੋਸ਼ ਮੜਨਾ ਜਾਂ ਉਸ ਬੇਸ ਤੇ ਡਾਈਵੋਰਸ ਲੈਣਾ ਜਾਂ ਐਕਸਟਰਾ ਮੈਰਿਟਲ ਰਿਲੇਸ਼ਨਸ ਰੱਖਣੇ ਜਾਂ ਕੁੱਖਾਂ ਖਰੀਦਣ ਲੱਗ ਜਾਣਾ, ਕਿਉਂਕਿ ਇਹ ਤਾਂ ਹੁਣ ਆਮ ਜਿਹੀ ਗੱਲ ਹੈ ਜੋ ਅਖਬਾਰਾਂ 'ਚ ਤੁਸੀਂ ਪੜ੍ਹ ਹੀ ਕੁੱਖਾਂ ਵਾਲੀ ਤਾਂ ਆਪਾਂ ਨੂੰ ਪਤਾ ਵੀ ਗੁਜਰਾਤ ਦੇ ਵਿੱਚ ਬਹੁਤ ਵੱਡੇ ਪੱਧਰ ਦੇ ਉੱਤੇ ਇਹ ਹੋਇਆ ਸੀਗਾ, ਸ਼ਾਇਦ ਪਤਾ ਨਹੀਂ ਹੁਣ ਸਰਕਾਰ ਦਾ ਕੀ ਕਾਨੂੰਨ। ਬਾਵਜੂਦ ਤੁਸੀਂ ਹੈਰਾਨ ਹੋਵੋਗੇ ਕਿ ਮੈਂ ਇਹ ਟੀਵੀ ਤੇ ਇੱਕ ਤੇ ਗੱਲ ਕਰ ਰਹੀ ਸਾਂ ਤੇ ਉੱਥੇ ਕੁਝ ਨੌਜਵਾਨ ਹੀ ਕਹਿ ਰਹੇ ਨੇ ਨਾ ਜੀ ਨਾ ਇਹ ਵੀ ਕੋਈ ਨਵੀਂ ਚੀਜ਼ ਹੈ, ਕੁੱਖਾਂ ਵੀ ਕਦੇ ਵਿਕਦੀਆਂ ਨੇ। ਯਾਨੀ ਅਸੀਂ ਇੰਨੇ ਕੁ ਇਗਨੋਰ ਕਰਦੇ ਆ ਗੱਲਾਂ, ਵੀ ਇਗਨੋਰੈਂਟ ਆ, ਸਾਨੂੰ ਪਤਾ ਹੀ ਨਹੀਂ ਕਿ ਕੀ ਵਾਪਰ ਰਿਹਾ ਦੁਨੀਆ 'ਚ, ਤੇ ਨਾ ਨਵੀਂ ਚੀਜ਼ ਅਸੀਂ ਸਿੱਖਣਾ ਹੀ ਚਾਹੁੰਦੇ ਆ। ਭਾਈ ਇਹ ਹੋ ਰਿਹਾ ਤਾਂ ਇਹਨੂੰ ਰੋਕਣ ਦੀ ਕੋਸ਼ਿਸ਼ ਕਰੀਏ, ਸਗੋਂ ਤੇ ਉਲਟ ਨਾ ਜੀ ਨਾ ਇਹ ਤਾਂ ਕੁਛ ਹੁੰਦਾ ਹੀ ਨਹੀਂ। ਅਸੀਂ ਹਾਲ ਇਹ ਸੀ ਕਿ ਐਂਕਰ ਵੀ ਤੇ ਮੈਂ ਵੀ ਸਾਨੂੰ ਹੱਸਣਾ ਹੀ ਪਿਆ ਵੀ ਕਮਾਲ ਹੀ ਹੋ ਗਈ, ਬੰਦਾ ਕਿਹੜੀ ਸਦੀ 'ਚ ਬੈਠਾ, ਇਹਨੂੰ ਪਤਾ ਹੀ ਨਹੀਂ। ਇੰਨੀਆਂ ਖਬਰਾਂ, ਇੰਨੀਆਂ ਇਹਦੇ ਲਈ ਰੈਵਲੇਸ਼ਨ ਹੋ ਚੁੱਕੀਆਂ, ਫਿਰ ਵੀਲ ਸਭ ਹੋ ਚੁੱਕਾ, ਇਹ ਸੱਚ ਸਾਹਮਣੇ ਆ ਚੁੱਕਾ। ਹੁਣ ਉਹਨਾਂ ਕੁੱਖਾਂ ਵਿੱਚ ਦੇਖੋ ਜੋ ਖਤਰਾ ਜੇ, ਮੈਂ ਤੁਹਾਨੂੰ ਉਹ ਸਾਂਝਾ ਕਰ ਦਿਆਂ ਜੀ ਕਿ ਤੁਸੀਂ ਜੇ ਤਾਂ ਪ੍ਰੋਪਰ ਤਰੀਕੇ ਡਾਕਟਰੀ ਸਲਾਹ ਦੇ ਨਾਲ ਤੁਸੀਂ ਕਰ ਰਹੇ ਹੋ, ਜੋ ਕਿ ਅਸੀਂ ਜਾਇਜ਼ ਨਹੀਂ ਗਿਣਦੇ। ਪਹਿਲਾਂ ਮੈਂ ਇਹ ਕਲੀਅਰ ਕਰ ਦਿਆਂ ਵੀ ਜਦੋਂ ਇੱਕ ਔਰਤ ਵੀ ਠੀਕ ਹੈ, ਇੱਕ ਮਰਦ ਵੀ ਠੀਕ ਹੈ, ਤੁਸੀਂ ਦੋਨੋਂ ਜਣੇ ਆਪਣੇ, ਕਿਉਂਕਿ ਸਾਡੇ ਇਸੇ ਫਿਲਮੀ ਸਿਤਾਰੇ ਇਹੋ ਜਿਹੀਆਂ ਐਗਜ਼ਾਮਪਲ ਸੈੱਟ ਕਰ ਰਹੇ ਨੇ, ਸੋ ਇਹ ਚੀਜ਼ ਬੜੀ ਵੱਡੀ ਪੱਧਰ ਤੇ ਸ਼ੁਰੂ ਹੋ ਗਈ ਕਿ ਲਓ ਜੀ ਇੱਕ ਬੜਾ ਨਾਮਵਰ ਫਿਲਮੀ ਸਿਤਾਰਾ ਉਹਨੇ ਕਰ ਦਿੱਤਾ ਤੇ ਹੁਣ ਹੋਰ ਵੀ ਅਸੀਂ ਇਹੋ ਜਿਹੀਆਂ ਯਾਨੀ ਸ਼ੁਰੂ ਕਰ ਲਈਏ। ਸੋ ਉਹਦੇ ਵਿੱਚ ਹੁੰਦਾ ਕੀ ਜੇ ਕਿ ਨਾਰਮਲ ਤਾਂ ਇਹ ਕਾਫੀ ਵਾਰ ਹੁੰਦਾ ਕਿ ਚੈੱਕ ਪੂਰਾ ਪ੍ਰੋਪਰ ਕੀਤਾ ਹੁੰਦਾ ਹੈ। ਸੋ ਕਈ ਵਾਰ ਕੀ ਹੁੰਦਾ ਜੇ ਜਿੱਥੇ ਲੁਕਾ ਰੱਖਣਾ ਹੋਵੇ ਉੱਥੇ ਕੋਈ ਗਰੀਬ ਬੱਚੀ ਇਸ ਤਰੀਕੇ ਲਈ ਜਿਨ੍ਹਾਂ ਦੀ ਜਿਹੜੀ ਖਾਸ ਤੌਰ ਤੇ ਕੁਆਰੀ ਹੋਵੇ, ਉਹਨੂੰ ਲਾਲਚ ਦਿੱਤਾ ਜਾਂਦਾ, ਉਹਦੇ ਟੱਬਰ ਨੂੰ ਪੈਸੇ ਦਿੱਤੇ ਜਾਂਦੇ ਨੇ। ਜਿਵੇਂ ਤੁਸੀਂ ਦੱਸਿਆ ਗੁਜਰਾਤ 'ਚ ਇੱਕ ਵੱਡਾ ਇਹੋ ਜਿਹਾ ਜੋ ਪਰਦਾਫਾਸ਼ ਹੋਇਆ ਸੀ, ਉਹ ਪੰਜਾਬ ਵਿੱਚ ਵੀ ਚੱਲ ਰਿਹਾ ਜੇ। ਹੁਣ ਇਹਦੇ ਵਿੱਚ ਹੁੰਦਾ ਕੀ ਜੇ ਕਿ ਕੁੱਖਾਂ ਕੁਛ ਜਿਵੇਂ
ਬਾਹਰੋਂ ਕੋਈ ਸਾਡੇ NRI ਵੀਰ ਆਉਂਦੇ ਨੇ, ਆਪਣੇ ਪਿੰਡ ਦਾ ਜਿਹੜੇ ਲੱਭ ਲੈਂਦੇ ਨੇ, ਜਾਂ ਹੋਰ ਉਹਨੂੰ ਇਹ ਵੀ ਲਾਲਚ ਦੇ ਦਿੰਦੇ ਨੇ, ਨੈਨੀ ਬਣਾ ਕੇ ਤੈਨੂੰ ਬਾਹਰ ਲੈ ਜਾਵਾਂਗੇ, ਇਹ ਕਰਾਂਗੇ। ਸੋ ਇਸ ਲਾਲਚ ਨੂੰ, ਤੁਹਾਨੂੰ ਪਤਾ ਕਿ ਪੰਜਾਬੀ ਤਾਂ ਧੀਆਂ ਨੂੰ ਖੂਹ 'ਚ ਵੀ ਸੁੱਟਣ ਨੂੰ ਤਿਆਰ ਨੇ ਵੀ ਇਹ ਬਾਹਰ ਵੀ ਇੱਕ ਮੈਨੂੰ ਕਹਿੰਦੇ ਬਾਹਲਾ ਭੈੜਾ ਆਪਣੇ ਪੰਜਾਬੀਆਂ ਦਾ ਹੋ ਗਿਆ, ਕਹਿੰਦੇ ਸੋਚਦੇ ਹੀ ਨਹੀਂ ਕੁਛ ਬਾਹਰ ਜਾਣ ਪਿੱਛੇ। ਹਾਂ ਵੀ ਬਾਹਰ ਜਾਣਾ, ਜਿਵੇਂ ਮਰਜ਼ੀ ਜਾਣਾ, ਖੂਹ 'ਚ ਡਿੱਗ ਜਾਣ, ਕੋਈ ਨਾ, ਜਾਣਾ ਜ਼ਰੂਰ ਹੈ। ਹੁਣ ਉਹਨਾਂ ਵਿੱਚੋਂ ਵੀ ਕਿਵੇਂ ਸਾਡੀਆਂ ਕੁਝ ਬੇਟੀਆਂ ਉਸ ਹਾਲ 'ਚ ਜਾ ਕੇ ਵੀ ਕਿਵੇਂ ਮਿਹਨਤ ਨਾਲ ਕਿਸ ਤਰੀਕੇ ਅਗਾਂਹ ਲੰਘ ਰਹੀਆਂ ਨੇ, ਉਹ ਵੀ ਦਿਲ ਕੰਬਦਾ ਸੁਣ ਕੇ ਕਿ ਨਾ ਦਿਨ ਉਹਨਾਂ ਨੂੰ ਚੈਨ, ਨਾ ਰਾਤ, ਦਿਨ ਰਾਤ ਡਿਊਟੀਆਂ ਤੇ। ਕੁਝ ਗਲਤ ਰਾਏ ਵੀ ਤੁਰੀਆਂ ਨੇ, ਉਹਨਾਂ ਬਾਰੇ ਵੀ ਖਬਰਾਂ ਛਪ ਚੁੱਕੀਆਂ ਨੇ। ਹੁਣ ਇਹਨਾਂ ਵਿੱਚ ਜਿਹੜੀਆਂ ਇਸ ਤਰੀਕੇ ਦੀਆਂ ਬੇਟੀਆਂ ਲਈਆਂ ਜਾਂਦੀਆਂ ਨੇ, ਬਹੁਤੀ ਵਾਰ ਕਿਉਂਕਿ ਲੁਕਾ ਰੱਖਿਆ ਜਾਂਦਾ, ਨਹੀਂ ਦੱਸਿਆ ਜਾਂਦਾ ਕਿ ਇਸ ਤਰ੍ਹਾਂ ਅਸੀਂ ਬੱਚਾ ਕਰਨਾ ਚਾਹ ਰਹੇ ਹਾਂ, ਉਹਦੇ 'ਚ ਇੱਕ ਖਤਰਾ ਹੁੰਦਾ ਜੇ। ਤੁਹਾਨੂੰ ਨਹੀਂ ਪਤਾ ਉਹਦੇ ਪਿਛੋਕੜ ਜੀਨ ਦੇ ਵਿੱਚ ਕਿਸ ਤਰੀਕੇ ਦੇ ਕੋਈ ਰੋਗ ਨੇ। ਮਿਸਾਲ ਵਜੋਂ ਉਹਨਾਂ ਦਾ ਜੀਨ ਅਜਿਹਾ ਕਿ ਉਹਨਾਂ ਨੇ ਛੇਤੀ ਮਰ ਜਾਣਾ, ਜਵਾਨ ਮੌਤ ਹੋ ਜਾਣੀ ਹੈ, ਹਾਰਟ ਅਟੈਕ 40 ਸਾਲ ਤੇ ਹੋ ਜਾਣਾ, ਜਾਂ ਕੁਝ ਜੀਨ ਆਧਾਰਿਤ ਜਿਨ੍ਹਾਂ 'ਚ ਔਟਿਜ਼ਮ ਦੀ ਬਿਮਾਰੀ ਹੈ, ਬੱਚਾ ਮਾਨਸਿਕ ਪੱਖੋਂ ਨਾਰਮਲ ਨਹੀਂ ਰਹਿੰਦਾ, ਜਾਂ ਉਹਦੇ ਜੀਨ ਦੇ ਵਿੱਚ ਕੀ, ਯਾਨੀ ਕਈ ਪ੍ਰਭਾਵ ਨੇ ਜੋ ਅੱਗੇ ਜਾ ਕੇ ਦਿਸਦੇ ਨੇ, ਜਿਹੜੇ ਕਈ ਵਾਰ ਖਤਰਨਾਕ ਸਾਬਤ ਹੋ ਸਕਦੇ ਨੇ। ਕੁਝ ਜਾਨਲੇਵਾ ਰੋਗਾਂ ਤੋਂ ਲੈ ਕੇ ਬਹੁਤ ਸਾਰੀਆਂ ਚੀਜ਼ਾਂ ਜਿਨ੍ਹਾਂ ਵਿੱਚ ਉਹਨਾਂ ਦੀ ਸੋਚਣ ਵਿਚਾਰਨ ਦੀ ਸ਼ਕਤੀ ਆ, ਉਹਨਾਂ ਨੇ ਜਿਸ ਤਰੀਕੇ ਦਾ, ਕਿਉਂਕਿ ਕੁਝ ਹਿੱਸਾ ਤਾਂ ਸਾਡਾ ਆਲਾ ਦੁਆਲਾ ਪ੍ਰਭਾਵ ਪਾਉਂਦਾ ਜੇ, ਪਰ ਕੁਝ ਹਿੱਸਾ ਜੋ ਉਹਨਾਂ ਜੀਨਾਂ ਦੇ ਉੱਤੇ ਆਧਾਰਿਤ ਹੋਣਾ ਜੇ, ਉਹਨੂੰ ਅਸੀਂ ਫਿਰ ਪਰਾਂ ਨਹੀਂ ਕਰ ਸਕਦੇ, ਯਾਨੀ ਉਹ ਸਾਨੂੰ ਉਹਦੇ ਨਾਲ ਹੀ ਜੀਣਾ ਪੈਂਦਾ। ਸੋ ਅਸੀਂ ਦੇਖਿਆ ਜੇ ਬਹੁਤ ਸਾਰੇ ਇਹੋ ਜਿਹੇ ਬੱਚੇ ਜੋ ਯਾਨੀ ਦੋਨਾਂ ਦੇ ਤਾਂ ਨਾਰਮਲ ਸਨ, ਪਰ ਕਿਉਂਕਿ ਉਹ ਮਾਂ ਬਹੁਤੀਆਂ ਇਹੋ ਜਿਹੀਆਂ ਗਰੀਬ ਘਰਾਂ ਚੋਂ ਆਉਂਦੀਆਂ ਨੇ, ਤੇ ਉਹਨਾਂ ਦੇ ਖੁਰਾਕ ਤੁਸੀਂ ਸਮਝ ਹੀ ਸਕਦੇ ਹੋ ਕਿਵੇਂ ਦੀ ਹੁੰਦੀ ਹੈ। ਸੋ ਕਈ ਵਾਰ ਬੱਚੇ ਦੇ ਦਿਮਾਗ ਦਾ ਵਿਕਾਸ ਉਹਨਾਂ ਨਹੀਂ ਹੁੰਦਾ ਜੀ। ਸੋ ਇਹ ਚੀਜ਼ਾਂ ਬਹੁਤ ਕੁਛ ਨੇ ਜਿਹੜੀਆਂ ਫਰਕ ਪਾ ਦਿੰਦੀਆਂ ਨੇ। ਪਰ ਜਿਹੜੀਆਂ ਹੁਣ ਤੁਸੀਂ ਸਪਰਮ ਲੈਂਦੇ ਹੋ, ਉਹਦੇ 'ਚ ਇੱਕ ਖਤਰਨਾਕ ਰੁਝਾਨ ਜੋ ਸਾਡੇ ਧਾਰਮਿਕ ਆਗੂ ਨੇ ਵੀ ਇੱਕ ਕਿਹਾ ਕਿ ਸਾਡੇ ਜੀਨ ਦੀ ਤਬਦੀਲੀ ਹੋ ਰਹੀ ਹੈ। ਹੁਣ ਉਹਦੇ ਵਿੱਚ ਗੱਲ ਸਾਰੀ ਹੁੰਦੀ ਜੇ ਕਿ ਡੋਨੇਸ਼ਨ ਕੌਣ ਕਰ ਰਿਹਾ ਜੇ ਜੀ, ਯਾਨੀ ਤੁਸੀਂ ਕਿੱਥੋਂ ਸਪਰਮ ਲੈਣਾ ਚਾਹਿਆ। ਜਿਹੜੇ ਯਾਨੀ ਨਪੁੰਸਕ ਪਿਤਾ ਸਨ, ਉਹਨਾਂ ਨੇ ਕਿਹੜੀ ਥਾਂ ਤੋਂ ਸਪਰਮ ਲੈਣਾ ਚਾਹਿਆ, ਤੇ ਉਹ ਹੁਣ ਸਪਰਮ ਕਈ ਵਾਰ, ਜਿਵੇਂ ਮੈਂ ਦੱਸਿਆ, ਸਾਨੂੰ ਤਾਂ ਲੁਕਾਉਣ ਦੀ ਆਦਤ ਹੈ, ਅਸੀਂ ਨਹੀਂ ਚਾਹੁੰਦੇ ਕਿ ਪ੍ਰੋਪਰ ਚੈੱਕਅਪ ਹੋਏ ਕਿੱਦਾਂ ਦਾ ਕੋਈ। ਉਹ ਹੁਣ ਜਿਸ ਥਾਂ ਤੋਂ ਆਉਂਦਾ ਹੋਏਗਾ ਤਾਂ ਭਾਜੀ ਫਿਰ ਉਸੇ ਤਰ੍ਹਾਂ ਦੇ ਹੀ ਆਇਆ। ਤਾਂ ਹੈ ਨਹੀਂ ਵੀ ਤੁਸੀਂ ਆਪਣਾ, ਤੁਹਾਡਾ ਬੱਚਾ ਤੁਸੀਂ ਕੋ ਗੁਆਂਢੀਆਂ ਨਾਲ ਕਿਉਂ ਨਹੀਂ ਮਿਲ ਰਿਹਾ ਜੀ, ਮੇਰਾ ਬੱਚਾ ਸ਼ਾਹਰੁਖ ਵਰਗਾ ਕਿਉਂ ਨਹੀਂ। ਉਹ ਕਿਉਂਕਿ ਜੋ ਜੀਨ ਨੇ ਤੁਹਾਨੂੰ ਐਕਸਪ੍ਰੈਸ਼ਨਸ ਦੇਣੀਆਂ, ਉਹੀ ਕੁਛ ਤੁਹਾਡੇ ਕੋਲ ਹੋਣਾ। ਸੋ ਜੇ ਜੀਨ ਮਿਸਾਲ ਵਜੋਂ ਕੋਈ ਹੋਰ ਬਿਮਾਰੀ ਨਾਲ ਗ੍ਰਸਤ ਹੈ, ਜਿਹਦੇ ਵਿੱਚ ਕੋਈ ਸਿਕਲ ਸੈਲ ਡਿਜ਼ੀਜ਼ ਹੈ, ਸਾਡੇ ਇੱਥੇ ਥੈਲਾਸੀਮੀਆ ਹੈ ਨਾ, ਤਾਂ ਅਸੀਂ ਆਪਣੇ ਚੈੱਕਅਪ ਕਰਾਉਂਦੇ ਹਾਂ, ਨਾ ਕਿਸੇ ਹੋਰ ਦਾ। ਸੋ ਉਹ ਚੀਜ਼ ਜਦੋਂ ਚੋਰੀਆਂ ਕਰਦੇ ਆ ਕਿ ਕਿਸੇ ਡਾਕਟਰੀ ਸਲਾਹ ਨਾਲ ਨਹੀਂ, ਉਹਦੇ ਵਿੱਚ ਇਹ ਕਾਫੀ ਖਤਰਾ ਹੋ ਜਾਂਦਾ ਜੇ। ਕੁਝ ਮਾਰੂ ਰੋਗ ਅਸੀਂ ਦੇਖੇ ਵੀ ਨੇ, ਇਹੋ ਜਿਹੇ ਬੱਚੇ ਹੁੰਦੇ ਜਿਨ੍ਹਾਂ ਵਿੱਚ ਮਸਲਸ ਦੀ ਬਿਮਾਰੀ ਨਾਲ ਉਹ ਬਹੁਤੀ ਲੰਬੀ ਉਮਰ ਭੋਗ ਨਹੀਂ ਸਕੇ। ਕਾਰਨ ਇਹੋ ਕਿ ਰਿਸ਼ਤੇਦਾਰੀ 'ਚ ਨਾ ਪਤਾ ਲੱਗ ਜੇ ਜੀ ਚੋਰੀਆਂ ਇਹ ਕਰਨਾ ਹੈ। ਪਰ ਹੁਣ ਉਹਦੇ ਨਾਲ ਨਤੀਜਾ ਇਹ ਹੋ ਰਿਹਾ, ਵੱਡੀ ਪੱਧਰ ਤੇ ਜੋ ਡੋਨੇਟ ਕਰ ਰਹੇ ਨੇ, ਉਹ ਸਾਡੇ ਗਰੀਬ ਜਿਹੜੇ ਕੋਈ ਬਿਹਾਰ ਤੋਂ, ਕੋਈ ਯੂਪੀ ਤੋਂ, ਜਿਨ੍ਹਾਂ ਨੂੰ ਦਿਹਾੜੀ ਨਹੀਂ ਮਿਲ ਰਹੀ, ਜਦੋਂ ਉਹਨਾਂ ਨੂੰ ਦਿਸਦਾ ਕਿ ਇਹ 2-2 ਹਜ਼ਾਰ ਪਰ ਸਪਰਮ ਡੋਨੇਸ਼ਨ ਤੇ ਹਫ਼ਤੇ 'ਚ 2 ਵਾਰ ਦੇਣਾ, 4000 ਹਫ਼ਤੇ ਦਾ ਹੋ ਗਿਆ, ਤਾਂ ਤੁਸੀਂ ਸਮਝ ਸਕਦੇ ਹੋ ਕਿ ਕਿਸੇ ਨੂੰ ਵੀ 16,000 ਰੁਪਇਆ ਮਾੜਾ ਤਾਂ ਨਹੀਂ ਲੱਗਦਾ ਮਹੀਨੇ ਦਾ ਜੇ ਮਿਲ ਰਿਹਾ। ਸੋ ਉਹਨਾਂ ਨੇ ਇਹ ਕੰਮ ਹੀ ਸ਼ੁਰੂ ਕਰ ਲਿਆ ਕਿ ਭਾਈ ਇੰਨੀ ਤਾਂ ਤਨਖਾਹ, ਸਾਡੇ ਤਾਂ ਹਾਲ ਦੇਖੋ ਵੀ ਨਵੇਂ ਲੱਗੇ ਡਾਕਟਰਾਂ ਨੂੰ ਹੀ 15,000 ਦਿੰਦੇ ਸਨ, ਤੇ 16,000 ਜੇ ਕੋਈ ਇਹ ਹਫ਼ਤੇ 'ਚ 2 ਵਾਰ ਦੇ ਕੇ ਆ ਜਾਣਾ ਮੁਫਤੋਂ ਮੁਫਤੀ, ਤੇ ਕੰਮ ਇਸ ਤਰ੍ਹਾਂ ਹੀ ਮਿਲੀ ਜਾਣਾ, ਉਹਨੂੰ ਕੀ ਲੋੜ ਹੈ ਹੋਰ ਕੰਮ ਕਰਨ ਦੀ। ਉਹ ਗਲਤ ਰਾਏ ਵੀ ਪਏ, ਨਸ਼ੇ ਵੀ ਸ਼ੁਰੂ ਕਰ ਦਿੱਤੇ ਉਹਨਾਂ ਨੇ, ਉਹਦਾ ਵੀ ਅਸਰ ਪੈਣਾ ਸੀ। ਸੋ ਇਹ ਚੀਜ਼ਾਂ ਜੋ ਹੁਣ ਸਪਰਮ ਸਾਡੇ ਫਟਾਫਟ ਤਿਆਰ ਨੇ ਜੀ, ਹਾਂ ਕੋਈ ਨਾ ਜੀ ਅਸੀਂ ਲੈਣਾ ਤਾਂ ਆਪਣਾ ਹੀ ਨਾਮ ਲੈਵਾ ਜੇ, ਤਾਂ ਉਹ ਬਜਾਏ ਕਿ ਅਡਾਪਸ਼ਨ ਵੱਲ ਸੋਚਣ ਕਿ ਅਸੀਂ ਕਿਸੇ ਦੀ ਕੋਈ, ਸਗੋਂ ਇਸ ਤਰ੍ਹਾਂ ਕਿੰਨੇ ਬੇਅੰਤ ਬੱਚੇ ਨੇ ਜਿਹੜੇ ਵਿਚਾਰੇ ਇਸ ਤਰ੍ਹਾਂ ਸੁੱਟ ਦਿੱਤੇ ਗਏ, ਰੁਲ ਰਹੇ ਨੇ, ਕਿਸੇ ਦੇ ਮਾਂ ਪਿਓ ਦੀ ਮੌਤ ਹੋ ਗਈ। ਹੁਣ ਵੀ ਮੈਨੂੰ ਕੋਈ ਅੱਜ ਹੀ ਗੱਲ ਕਰ ਰਹੇ ਸਨ
ਕਿ ਸਗੋਂ ਜਿਸ ਪ੍ਰੋਗਰਾਮ ਰਾਹੀਂ ਕੋਈ ਸੁਣਦਾ ਹੈ ਜੀ ਤਾਂ ਮੈਨੂੰ ਚਿੱਤ ਤਾਂ ਕਰਦਾ ਵੀ ਜੇ ਕੋਈ ਸੁਣ ਰਿਹਾ ਉਹ ਇਹ 'ਚ ਮਦਦ ਕਰ ਸਕਣ, ਕਿਉਂਕਿ ਉਹ ਬੱਚੇ ਨੇ 2 ਜਿਨ੍ਹਾਂ 'ਚ ਉਹਦੇ ਪਿਤਾ ਦੀ ਮੌਤ ਹੋਈ ਐਕਸੀਡੈਂਟ ਵਿੱਚ, ਤੇ ਮਾਂ ਨੂੰ ਹੁਣ ਕੈਂਸਰ, ਓਵੇਰੀਅਨ ਕੈਂਸਰ, ਜਿਸ ਕੋਲ ਉਮਰ ਥੋੜੀ ਹੈ। ਇੱਕ ਬੇਟੀ ਵਿਚਾਰੀ 9ਵੀਂ ਜਮਾਤ 'ਚ ਪੜ੍ਹ ਰਹੀ ਹੈ, ਬੇਟਾ 4ਵੀਂ 'ਚ ਪੜ੍ਹ ਰਿਹਾ, ਕੋਈ ਅੱਗਾ ਪਿੱਛਾ ਨਹੀਂ। ਸੋ ਇਸ ਤਰ੍ਹਾਂ ਦੇ ਕੇਸਿਸ ਸਗੋਂ ਅਡਾਪਟ ਕਰ ਲਏ ਜਾਣ ਬੱਚੇ ਤਾਂ ਬਹੁਤ ਵਧੀਆ ਬਹੁਤ ਹੁੰਦਾ ਵੱਡੀ ਜੀ। ਗੱਲ ਹੈ, ਬਹੁਤ ਵੱਡੀ ਗੱਲ ਹੈ ਜੀ। ਪਰ ਅਸੀਂ ਕਿਉਂਕਿ ਅਸੀਂ ਨਾਮ ਲੈਵੇ ਤੱਕ ਸੀਮਤ ਆ ਨਾ ਵੀ ਜੀ, ਨਾ ਅਡਾਪਸ਼ਨ ਸਾਡਾ ਹੀ ਨਹੀਂ, ਖਾਨਦਾਨ। ਮੁਤਵੱਜਾ ਨਹੀਂ ਉਹ ਬਣਾਉਣਾ ਬਿਲਕੁਲ। ਚਾਹੁੰਦੇ ਹੁਣ ਵੀ ਕਾਗਜ਼ਾਂ ਉਹਦੇ ਸਿੱਧਾ ਨਾਂ ਫਿਰ ਸਾਡਾ ਹੋਵੇ। ਹਾਂਜੀ ਬਿਲਕੁਲ, ਤੇ ਉਹਦੇ ਵਿੱਚ ਫਿਰ ਅਸੀਂ ਕਰਦੇ ਕੀ ਆ ਕਿ ਇਹੀ ਸਾਡੇ ਬਿਹਾਰ ਦਾ ਜਾਂ ਸਾਡੇ ਯੂਪੀ ਦਾ ਕਿਸੇ ਵੀਰ ਦਾ ਇਹ ਲੈ ਕੇ ਤੁਸੀਂ ਸਮਝ ਹੀ ਸਕਦੇ ਹੋ ਕਿ ਅੱਗੋਂ ਉਹ ਗਿੱਠ ਮੁਠੀਆ ਤੇ ਕਿਸ ਤਰੀਕੇ ਦਾ ਉਹਦਾ ਗੱਲ ਹੀ ਨਹੀਂ ਰਲਣੀ ਜਾਂ ਜੀ। ਸਭ ਕੁਛ। ਹਾਂਜੀ ਬਿਲਕੁਲ, ਤੇ ਫਿਰ ਉਹਦੀ ਸੋਚ ਨਾ ਫਿਰ ਉਹ ਸੋਚ ਨਹੀਂ ਵਿੱਚ ਰਲਣੀ, ਮੁੜ ਕੇ ਫਿਰ ਕਹੋਗੇ ਵੀ ਆਹ ਕੀ ਭਾਣਾ ਵਾਪਰ ਗਿਆ। ਬਿਲਕੁਲ ਉਹਦੇ ਵਿੱਚ ਤਬਦੀਲੀ ਦੇਖੋ ਜੀਨ ਜੇ ਉਹਨੇ, ਭਾਵੇਂ ਮਾਹੌਲ ਦਾ ਅਸਰ ਪੈਂਦਾ, ਬਹੁਤ ਪੈਂਦਾ ਜੇ। ਜਦੋਂ ਜ਼ੁਲਮ ਅੱਤ ਦਾ ਹੋਏ ਤਾਂ ਕਿਤੋਂ ਵੀ ਕੋਈ ਖੜ ਜਾਂਦਾ ਜੇ, ਪਰ ਜਦੋਂ ਤੁਸੀਂ ਨਾਰਮਲ, ਇਹ ਨਹੀਂ ਅਸੀਂ ਕਹਿ ਸਕਦੇ ਹਰ ਥਾਂ ਜ਼ੁਲਮ ਹੀ ਹੋ ਰਿਹਾ, ਪਰ ਜਦੋਂ ਨਾਰਮਲ ਇਸ ਤਰੀਕੇ ਦੇ ਸ਼ੁਰੂ ਹੋ ਰਹੇ ਨੇ ਕੰਮ, ਤੇ ਉਹਦੇ ਵਿੱਚ ਇੰਨਾ ਬੱਚਾ ਕਿ ਉਸੇ ਤਰ੍ਹਾਂ ਦੀ ਸੋਚ, ਉਸੇ ਤਰ੍ਹਾਂ ਦਾ ਵਿਹਾਰ, ਉਸੇ ਤਰ੍ਹਾਂ ਦਾ ਸਾਰਾ ਕੁਝ ਹੋਏਗਾ ਜੋ ਪੰਜਾਬੀਆਂ ਦਾ ਜੁੱਸਾ ਸੀ, ਤਾਂ ਉਹਦੇ ਨਾਲੋਂ ਨਾਲ ਫਰਕ ਜੋ ਹੋਰ ਪੈਂਦਾ ਜੇ। ਹੁਣ ਜਿਵੇਂ ਇਸ ਵੇਲੇ ਟੋਟਲ ਅਸੀਂ ਕਹਿ ਰਹੇ ਹਾਂ ਕਿ ਸੀਕ੍ਰੇਸੀ ਦੇ ਅੰਡਰ ਚੱਲ ਰਿਹਾ ਜੇ। ਹੁਣ ਇਹਦੇ ਵਿੱਚ ਜਿਵੇਂ ਹਰ ਥਾਂ ਅਸੀਂ ਦੇਖਦੇ ਹੀ ਹਾਂ ਬ੍ਰੋਕਰ ਸ਼ੁਰੂ ਹੋ ਗਏ। ਹੁਣ ਤਾਂ ਸਾਨੂੰ ਪਤਾ ਹੀ ਹੈ ਵੀ ਸਾਡੇ ਸਿਆਸਤਦਾਨ, ਸਾਡੇ IAS ਅਫਸਰ ਵਾਹ ਭਾਈ ਸੋਹਣਾ ਕਮਾਲ ਹੀ ਕੀਤਾ ਪਿਆ। ਮੈਂ ਤਾਂ ਕਹਿੰਦੀ ਜਿਵੇਂ ਜਿਵੇਂ ਪਰਤਾਂ ਖੁੱਲ ਰਹੀਆਂ ਨਾ ਭਾਜੀ, ਸਲਾਮ ਹੀ ਕਰਦੇ ਹਾਂ ਅਸੀਂ ਸਾਰੇ ਪੱਤਰਕਾਰਾਂ ਨੂੰ ਜੋ ਨਿੱਠ ਕੇ ਲੱਭ ਰਹੇ ਨੇ, ਤੇ ਜਿਸ ਤਰੀਕੇ ਪੰਜਾਬ ਨੂੰ ਨਿਚੋੜਿਆ ਲਹੂ ਪੀਣੇ ਇਹ ਸਾਰੇ ਅਫਸਰ ਜੋ ਬਣ ਚੁੱਕੇ ਨੇ ਸਾਡੇ, ਤੋਬਾ ਤੋਬਾ ਡਰ ਹੀ ਲੱਗਦਾ, ਕੰਬਦੀ ਹੈ ਰੂਹ ਸੁਣ ਕੇ। 11,000 50,000 ਕਰੋੜ ਦੇ ਘਪਲੇ, ਕਮਾਲ ਹੀ ਕੀਤਾ ਪਿਆ। ਹੁਣ ਅੱਜ ਵੀ ਇੱਕ ਫੜ ਲਿਆ ਜੀ, ਤਾਂ ਲੀਡਰ ਫੜ ਲਿਆ ਇੱਕ। ਬਿਲਕੁਲ ਜੀ, ਉਹੀ ਕਿਹਾ ਵੀ ਉਹ IAS ਅਫਸਰ ਸਗੋਂ ਵਿੱਚੋਂ ਬਚੀ ਜਾਂਦੇ ਨੇ, ਕਿਉਂਕਿ ਉਹ ਇੱਕ ਦੂਜੇ ਦਾ ਉਹਨਾਂ ਨੇ ਇਨਕੁਆਇਰੀ ਕਰਨੀ ਆ। ਅਸਲ ਉਹ ਨੇ ਜਿਨ੍ਹਾਂ ਨੇ ਇੱਕ ਨੇ 10-10 ਕੋਠੀਆਂ ਜਾ ਕੇ ਦਿੱਲੀ ਬੜੇ ਆਲੀਸ਼ਾਨ ਬਣਾਈਆਂ ਪਈਆਂ ਨੇ। ਦੱਸੋ ਇਹ ਆਰਾਮ ਨਾਲ, ਕਿਉਂਕਿ ਇੱਕ ਦੂਜੇ ਦੀ ਇਨਕੁਆਇਰੀ ਕਰਨੀ ਹੈ, ਸਾਫ਼ ਸੁਥਰੇ ਨਿਕਲੀ ਜਾਂਦੇ ਨੇ, ਮੰਤਰੀ ਫੜਾਈ ਜਾਂਦੇ ਨੇ। ਸੋ ਪਤਾ ਨਹੀਂ ਕਦੋਂ ਸਾਨੂੰ ਅਕਲ ਆਣੀ ਹੈ ਕਿ ਅਸਲੀ ਲੁਟੇਰੇ ਕੌਣ ਨੇ। ਪਰ ਉਹਦੇ ਵਿੱਚੋਂ ਹੁਣ ਇਸੇ ਤਰ੍ਹਾਂ ਬ੍ਰੋਕਰ ਇਸ ਪਾਸੇ ਵੀ ਆ ਗਏ ਨੇ। ਉਹ ਹੁਣ ਕੀ ਕਰਦੇ ਨੇ ਕਿ ਸਿੱਧਾ ਸਪਲਾਈ ਕਰਦੇ ਆ ਜੀ, ਅਸੀਂ ਸਾਡੇ ਕੋਲ ਇਸ ਤਰ੍ਹਾਂ ਦਾ ਗੋਲਡਨ ਹੇਅਰ ਹੋਣਗੇ ਜੀ, ਇਸ ਤਰ੍ਹਾਂ ਦੀਆਂ ਬਿੱਲੀਆਂ ਅੱਖਾਂ ਹੋਣਗੀਆਂ ਜੀ, 6 ਫੁੱਟਾ ਬੰਦਾ, ਗੋਰੀ ਚਿੱਟੀ ਚਮੜੀ ਵਾਲਾ ਜੇ, ਅਸੀਂ ਇਹ ਜਿਵੇਂ ਜੋ ਤੁਸੀਂ ਸ਼ੁਰੂ ਕੀਤੀ ਸੀ ਗੱਲ ਜੀ, ਐਗਜ਼ੈਕਟਲੀ ਉਹ ਹੁਣ ਇਸ ਤਰੀਕੇ ਦੇ ਆ ਚੁੱਕੇ ਨੇ ਵਿੱਚ ਬ੍ਰੋਕਰਸ। ਇਹਦੇ ਵਿੱਚ ਬਹੁਤ ਜ਼ਿਆਦਾ ਖਤਰਾ ਹੁੰਦਾ ਜੇ ਅਨਟੈਸਟਡ। ਤੁਹਾਨੂੰ ਕਹਿ ਦਿੰਦਾ ਜੇ ਗਰੰਟੀ ਹੈ ਸਾਡੀ, ਇੰਨੇ ਪੈਸੇ ਵੀ ਕਾਫੀ ਲੱਖਾਂ 'ਚ ਲੈ ਜਾਂਦੇ ਨੇ ਕਈ। ਪਰ ਉਹ ਜਦੋਂ ਦੇਖਦੇ ਨੇ ਵੀ ਅਮੀਰ ਖਾਨਦਾਨ ਹੈ, ਗੱਲ ਨਿਕਲਣੀ ਨਹੀਂ, ਚੋਰੀ ਕਰਨੀ ਜੇ, ਫਰੈਸ਼ ਸੀਮਨ ਦਿੰਦੇ ਨੇ ਜਿਹਦੇ ਵਿੱਚ ਉਹ ਔਰਤ ਨੇ ਘਰ ਦੇ ਵਿੱਚ ਆਪਣੇ ਆਪ ਹੀ ਉਹ ਪਾਲਣਾ ਹੁੰਦਾ ਅੰਦਰ। ਸੋ ਇਹ ਸਾਰੀਆਂ ਚੀਜ਼ਾਂ ਜੋ ਲੁਕਾ ਹੇਠ ਕੀਤੀਆਂ ਜਾਂਦੀਆਂ ਨੇ, ਉਹ ਤਾਂ ਬਹੁਤ ਜ਼ਿਆਦਾ ਡੇਂਜਰਸ ਹੈ ਜੀ। HIV ਪੋਜ਼ਿਟਿਵ ਜਾਂ ਹੋਰ ਕੋਈ ਬਿਮਾਰੀ ਵੀ ਹੋ ਸਕਦੀ ਹੈ। ਇਹੀ ਕਹਿ ਰਹੇ ਹਾਂ, ਸੈਕਸੁਅਲੀ ਟ੍ਰਾਂਸਮਿਟਡ ਡਿਜ਼ੀਜ਼ਸ ਇਹਦੇ ਨਾਲ ਬਹੁਤ ਰਿਸਕ ਜੇ। ਫਿਰ ਇਹਦੇ ਵਿੱਚ ਅਸਲ 'ਚ ਸਾਰੀਆਂ ਜੀਨ ਆਧਾਰਿਤ ਰੋਗ ਤੁਹਾਨੂੰ ਪਤਾ ਨਹੀਂ, ਯਾਨੀ ਕੱਖ ਵੀ ਨਹੀਂ ਪਤਾ, ਤੇ ਉਹਦੇ ਵਿੱਚ ਇਹ ਕਿੰਨਾ ਖਤਰਾ ਮੋਲ ਲੈ ਰਹੇ ਨੇ ਸਿਰਫ ਇਸ ਗੱਲ ਨੂੰ ਕਿ ਅਸੀਂ ਲੁਕਾ ਰੱਖਣਾ, ਨਾਮ ਲੈਵਾ। ਉਹੀ ਗੱਲ ਹੀ ਯਾਨੀ ਮੁੜ ਘਿੜ ਕੇ ਆ ਗਈ ਕਿ ਅਸੀਂ ਉੱਥੇ ਤੱਕ ਸੀਮਤ ਆ। ਇਹਦੇ ਵਿੱਚ ਤਾਂ ਜੀ ਇੱਕ ਨਾ ਸਾਈਕੋਲੋਜੀਕਲ ਐਸਪੈਕਟ ਸ਼ਾਇਦ ਨਾ ਬਹੁਤਿਆਂ ਦੇ ਨਜ਼ਰ ਆਉਂਦਾ ਹੋਏ, ਕਿਉਂਕਿ ਜਿਵੇਂ ਤੁਹਾਡਾ ਕੰਮ ਜੇ ਕਿ ਤੁਹਾਡੀਆਂ ਗੱਲਾਂ ਉਜਾਗਰ ਹੋ ਗਈਆਂ, ਸਾਹਮਣੇ ਲਿਆਏ, ਪਰ ਇਹਦੇ ਵਿੱਚ ਜੋ ਸਾਈਕੋਲੋਜੀਕਲ ਇੰਪੈਕਟ ਪੈਂਦਾ ਜੇ ਬਹੁਤ ਜ਼ਿਆਦਾ ਜੇ, ਕਿਉਂਕਿ ਅਸੀਂ ਫੋਲੋ ਅਪ ਦੇਖ ਰਹੇ ਹਾਂ, ਉਹ ਬੱਚਿਆਂ ਨੂੰ ਵੀ, ਉਹਨਾਂ ਟੱਬਰਾਂ ਨੂੰ ਵੀ। ਉਹਦੇ ਵਿੱਚ ਇੱਕ ਹੁਣ ਔਰਤ ਵੱਲੋਂ ਹੀ ਜਿਵੇਂ ਜੇ ਇਹੋ ਜਿਹੇ ਕੇਸਿਸ ਜਿੱਥੇ ਨਪੁੰਸਕ ਹੋਵੇ ਪਿਤਾ, ਯਾਨੀ ਉਹ ਜਿਹੜੀ ਬੱਚੇ ਦਾ ਪਿਤਾ ਜਾਂ ਉਸ ਔਰਤ ਦਾ ਪਤੀ, ਉਹ ਕਈ ਵਾਰ ਔਰਤ ਵੱਲੋਂ ਉਸਨੂੰ ਮਾਨਸਿਕ ਬਹੁਤ ਤਸ਼ੱਦਦ ਕਰਦਾ। ਤੁਹਾਨੂੰ ਪਤਾ ਹੀ ਉਹ ਜਿਹੜਾ ਨਿਊਯਾਰਕ ਦੇ ਵਿੱਚ ਕੇਸ ਹੋਇਆ ਜੀ, ਸੋ ਉਹਦੇ ਵੱਲੋਂ ਯਾਨੀ ਕਮੀ ਹੈ, ਤੇਰੇ ਚਾਹ ਹੈ, ਉਹ ਹੈ ਕਰਕੇ ਉਹਦੇ ਤੇ ਉਹ ਜਦੋਂ ਬੱਚਾ ਵੀ ਸੁਣਦਾ ਹੈ, ਉਹਨੂੰ ਪਤਾ ਜਦੋਂ ਵਿੱਚ ਕਦੇ ਲੱਗ ਜਾਵੇ, ਉਹ ਸੱਚ ਜਾਣਿਓ ਉਹ ਵੀ ਇੱਕ ਮਾਨਸਿਕ ਰੋਗੀ ਬਣ ਕੇ ਰਹਿ ਜਾਂਦਾ ਹੈ, ਕਿਉਂਕਿ ਉਹਦੇ ਸਾਹਮਣੇ ਇਹੋ ਜਿਹੇ ਘਰੇਲੂ ਝਗੜੇ ਜਾਂ ਇਸ ਤਰੀਕੇ ਦੀ ਗੱਲ
ਕਈ ਵਾਰ ਇਹੋ ਜਿਹਾ ਬੱਚਾ ਬਾਇਓਲੋਜੀਕਲ ਫਾਦਰ ਲੱਭਣ ਵੀ ਨਿਕਲ ਜਾਂਦੇ ਨੇ, ਕਈ ਹੂੰ ਵਾਰ ਹੂੰ ਡਿਪਰੈਸ਼ਨ ਦਾ ਸ਼ਿਕਾਰ ਜਾਂ ਕੋਈ ਸਾਈਕੋਲੋਜੀਕਲ ਰੋਗ ਲੱਗ ਜਾਣਾ, ਜਾਂ ਫਿਰ ਖੁਦਕੁਸ਼ੀ ਤੱਕ ਕਰ ਜਾਣਾ, ਇਹੋ ਜਿਹੀ ਚੀਜ਼, ਜਾਂ ਘਰ ਨੂੰ ਛੱਡ ਦੇਣਾ, ਇੱਕ ਬਦਲਾ ਲਊ ਨੀਤੀ ਨਾਲ ਖੜੇ ਹੋਣਾ ਕਿ ਇਹ ਤਾਂ ਮੇਰੇ ਹੈ ਹੀ ਨਹੀਂ, ਇਹ ਤਾਂ ਮੈਂ ਆਪਣਾ ਲੱਭਾਂ। ਜੀ ਏਦਾਂ ਦੀਆਂ ਚੀਜ਼ਾਂ ਵੀ ਹੁੰਦੀਆਂ ਵੇਖੀਆਂ ਨੇ। ਵਿਆਹ ਟੁੱਟਦੇ ਵੀ ਅਸੀਂ ਦੇਖੇ ਨੇ। ਇਹ ਚੀਜ਼ਾਂ ਜਿਨ੍ਹਾਂ ਵਿੱਚ ਫਿਰ ਐਕਸਟਰਾ ਮੈਰਿਟਲ ਰਿਲੇਸ਼ਨਸ਼ਿਪਸ ਬਹੁਤ ਜ਼ਿਆਦਾ, ਭਾਈ ਤੇਰੇ 'ਚ ਤਾਂ ਕਮੀ ਹੈ, ਮੈਂ ਬਾਹਰ ਲੱਭਦੀ ਹਾਂ, ਜਾਂ ਉਸੇ ਤਰ੍ਹਾਂ ਬੰਦਾ ਕਵੇ ਵੀ ਛੱਡ ਤੇਰੇ ਨਾਲ ਕੀ ਰਹਿਣਾ, ਆਪਾਂ ਬਾਹਰ ਚੱਲਦੇ ਹਾਂ। ਇਹ ਬਹੁਤ ਕਾਮਨ ਚੀਜ਼ਾਂ ਦੇਖਣ ਵਿੱਚ ਆ ਗਈਆਂ ਨੇ। ਹੂੰ ਹੂੰ ਹੁਣ ਇਹਨਾਂ ਵਿੱਚ ਕਈ ਥਾਈਂ ਸਾਡੇ ਪੰਜਾਬੀ, ਕਿ ਇਹ ਗੱਲ ਬਿਲਕੁਲ ਅੰਦਰ ਅੰਦਰ ਰਵੇ, ਉਹ ਦਿਓਰਾਂ ਨਾਲ ਵੀ ਰਿਲੇਸ਼ਨਸ ਲਈ ਗੱਲ ਕਰਦੀਆਂ ਨੇ। ਇਹ OPD 'ਚ ਖੁੱਲੇ ਆ ਕੇ ਔਰਤਾਂ ਗੱਲ ਕਰ ਜਾਂਦੀਆਂ ਨੇ ਆਪਣੇ ਦਿਓਰਾਂ ਨਾਲ, ਜਦੋਂ ਆਉਂਦੀਆਂ ਨੇ ਵੀ ਪਤੀ ਨਪੁੰਸਕ ਸੀ, ਸੱਸ ਸਹੁਰੇ ਨੇ ਕਿਹਾ ਵੀ ਤੁਸੀਂ ਇਹਨਾਂ ਨਾਲ ਇਹ ਤਾਂ ਪੁਰਾਣਾ ਆਪਣੇ ਜੇ ਗੱਲਾਂ ਕਰੀਏ ਤਾਂ ਪਹਿਲਾਂ ਪੁਰਾਤਨ ਤੌਰ ਦੇ ਉੱਤੇ ਚੀਜ਼ ਜਿਹੜੀ ਐਕਸੈਪਟੇਬਲ ਬੜੀ ਸੀ ਕਈ ਹਾਂਜੀ, ਪਰ ਫੈਮਿਲੀ। ਹੁਣ ਹਾਂਜੀ, ਪਰ ਹੁਣ ਤਾਂ ਓਪਨਲੀ ਆ ਕੇ ਕਹਿੰਦੇ ਨੇ, ਇਹਨਾਂ ਦਾ ਚੈੱਕ ਕਰ ਲਓ ਜੀ, ਸਾਡਾ ਕਰ ਲਓ, ਜੇ ਠੀਕ ਹੈ ਅਸੀਂ ਫਿਰ ਇਹ ਸਰੀਰਕ ਸੰਬੰਧ ਬਣਾਉਣਾ ਚਾਹੁੰਦੇ ਹਾਂ। ਹਾਲ ਇਹ ਹੋ ਜਾਂਦਾ ਜੀ, ਕਈ ਵਾਰ ਸਾਨੂੰ ਜਵਾਬ ਔੜਦਾ ਨਹੀਂ ਜਦੋਂ ਆ ਕੇ ਕਹਿੰਦੇ ਨੇ ਜੀ ਸਹੁਰੇ ਨਾਲ ਵੀ ਨੂੰਹ ਨੂੰ ਸਵਾਉਣ ਦੀ ਗੱਲ ਚੱਲ ਰਹੀ ਹੈ। ਯਾਨੀ ਅਸੀਂ ਅੱਤ ਦੀ ਗਿਰਾਵਟ ਦੀ ਹੱਦ ਤੱਕ, ਮੈਨੂੰ ਤਾਂ ਕਈ ਵਾਰੀ ਇਹਨੂੰ ਅਸੀਂ ਜਿਵੇਂ ਪਤਾ ਨਹੀਂ ਕੀ ਸ਼ਬਦ, ਮੈਨੂੰ ਤਾਂ ਵਰਤਨੋਂ ਵੀ ਨਾ ਬਹੁਤ ਔਖਾ ਜਾਪ ਰਿਹਾ ਵੀ ਇਸ ਤਰ੍ਹਾਂ ਦੀ ਗੱਲ, ਕਿਉਂਕਿ ਜਦੋਂ ਅਸੀਂ ਸੁਣਦੇ ਹਾਂ ਘਿਰਣਾ ਆਉਂਦੀ ਆ ਆਪਣੇ ਆਪ ਤੋਂ ਵੀ ਅਸੀਂ ਪੰਜਾਬੀ ਕਿੰਨਾ ਕੁ ਡਿੱਗ ਸਕਦੇ ਹਾਂ, ਕਿਤੇ ਪਾਸੇ ਨਹੀਂ ਕਰਦੇ। ਪਹਿਲਾਂ ਤਾਂ ਇਹੀ ਸੁਣੀਦਾ ਸੀ ਵੀ ਵਿਆਹ ਸਹੁਰੇ ਦੇ ਨਾਲ ਕਰਾ ਕੇ ਤੁਰ ਗਈਆਂ, ਬਾਹਰ ਜਾਵਾਂ ਜੀ, ਹੁਣ ਹਮ ਬਿਸਤਰ ਵੀ ਹੋਣਾ, ਯਾਨੀ ਇਸ ਹੱਦ ਤੱਕ ਅਸੀਂ ਤੁਰ ਗਏ ਹਾਂ। ਕੋਈ ਰਿਸ਼ਤਿਆਂ ਦੀ ਕੋਈ ਅਸੀਂ ਰੱਖੀ ਨਹੀਂ ਅਹਿਮੀਅਤ, ਕਿ ਕਿਤੇ ਕਿਸ ਕਿਸਮ ਦਾ ਮਾਹੌਲ ਪੰਜਾਬੀਅਤ ਵਿੱਚ ਹੁੰਦਾ ਸੀ। ਆਪਾਂ ਸਿਰਫ ਇੱਕ ਬੱਚੇ ਜੰਮਣ ਤੱਕ ਹੀ ਆਪਣੀ ਸੋਚ ਨੂੰ ਸੀਮਤ ਕਰ ਲਿਆ ਕਿ ਜਿਸਮ ਚਾਹੀਦਾ, ਇਸ ਤੋਂ ਅਗਾਂਹ ਸਾਡੀ ਸੋਚ ਹੀ ਮੁੱਕ ਗਈ। ਹੁਣ ਅੱਗੇ ਦੇਖੋ ਜੀ, ਇੱਥੇ ਤੱਕ ਵੀ ਅਸੀਂ ਸੀਮਤ ਨਹੀਂ ਰਹੇ। ਅਸੀਂ ਪਹਿਲਾਂ ਵੀ ਇਹ ਔਰਤਾਂ ਖਰੀਦੀਆਂ ਜਾਂਦੀਆਂ ਸਨ, ਸਾਨੂੰ ਪਤਾ ਹੀ ਹੈ, ਇਹ ਤਾਂ ਮੁੱਖ ਪੰਨਿਆਂ ਤੇ ਖਬਰਾਂ ਨੇ। ਬਿਲਕੁਲ ਹਰਿਆਣੇ 'ਚ ਵੀ ਇਹੀ ਹਾਲ ਹੀ ਹੈ ਜੀ, ਬਾਹਰੋਂ ਲਿਆ ਰਹੇ ਨੇ, ਬਿਲਕੁਲ ਬਾਹਰੋਂ ਲਿਆ ਰਹੇ ਨੇ ਧੜਾ ਧੜ। ਉਹਨਾਂ ਵਿੱਚ ਵੀ ਹੁਣ ਉਹ ਜਿਸ ਤਰੀਕੇ ਦੀਆਂ, ਉਹ ਦੇਖੋ, ਕਿਉਂਕਿ ਇਹ ਗਰੀਬ ਔਰਤਾਂ ਨੇ, ਇਹਨਾਂ ਦਾ ਆਪਣਾ ਸਰੀਰ ਵਿਕਸਿਤ ਨਹੀਂ, ਬਹੁਤ ਸਾਰੀਆਂ ਕਮੀਆਂ ਨੇ। ਸੋ ਤੁਸੀਂ ਹੈਰਾਨ ਹੋਗੇ ਜੇ ਮੈਂ ਦੱਸਾਂ, ਇਹਨਾਂ ਦੇ ਕੁੱਖੋਂ ਮੰਦ ਬੁੱਧ ਬੱਚੇ ਬਹੁਤ ਜੰਮ ਰਹੇ ਨੇ ਜੀ ਇਹਨਾਂ ਦੇ, ਕਿਉਂਕਿ ਇਹਨਾਂ ਦਾ ਕੋਈ ਹੈ ਨਹੀਂ, ਉਹਨਾਂ ਨੂੰ ਨਾ ਬੱਚਿਆਂ ਦੇ ਉੱਤੇ ਆਪਣਾ ਕੋਈ ਹੱਕ ਹੈ, ਨਾ ਜ਼ਮੀਨ ਜਾਇਦਾਦ ਤੇ ਜੰਮ ਕੇ ਅੱਗੇ ਤੋਰ ਦੇਣੀ ਹੈ, ਤੇ ਉਹ ਤਾਂ ਉਸ ਖਾਨਦਾਨੀ ਚਿਰਾਗ 'ਚ ਸ਼ੁਰੂ ਹੋ ਗਿਆ। ਪਰ ਉਹ ਦਿਮਾਗੀ ਪੱਖੋਂ ਘੱਟ ਹੁਣ ਸਾਡੇ ਕੋਲ ਆ ਕੇ ਲੈ ਕੇ ਆ ਜਾਂਦੇ ਨੇ, ਬਹੁਤ ਕੁਰੇਦਣ ਬਾਅਦ ਮਸਾਂ ਹੀ ਕਿਤੇ ਉਹ ਗੱਲ ਕਰਦੇ ਨੇ, ਹਾਂਜੀ ਲਿਆਏ ਸਾਂ ਮੁੱਲ ਤੋਂ ਉੱਥੇ ਦੇਤੀ, ਯਾਨੀ ਇੱਕ ਤਰੀਕੇ ਉਹੀ ਕੋਖੀ ਮੁੱਲ 'ਚ ਹੋ ਗਈ, ਪਰ ਇਹ 50 ਰੁਪਏ 'ਚ ਮਿਲ ਜਾਂਦੀ ਹੈ ਔਰਤ। ਹੁਣ ਇਹਨੂੰ ਕਿਹਦੇ ਤੇ ਅਸੀਂ ਉਂਗਲ ਚੱਕੀਏ ਕਿ ਭਾਈ ਤੁਹਾਡਾ ਬੱਚਾ ਤਾਂ ਹੁਣੇ ਮੰਦ ਬੁੱਧ ਜੇ, ਸਾਂਭੀ ਜਾਓ ਸਾਰੀ ਉਮਰ। ਇਹ ਹੁਣ ਇਹਦੇ ਨਾਲੋਂ ਨਾਲ ਜਿਹੜਾ ਔਰਤਾਂ ਨੂੰ ਅਸੀਂ ਟੈਸਟੋਸਟੇਰੋਨ ਖਵਾ ਰਹੇ ਹਾਂ, ਉਹ ਤਾਂ ਹੁਣ PGI ਨੇ ਵੀ, ਆਲ ਇੰਡੀਆ ਇੰਸਟੀਚਿਊਟ ਨੇ ਵੀ, ਇਹ ਸਭ ਥਾਂ ਤੇ ਹੁਣ ਤਾਂ ਇਹ ਡਾਇਗਨੋਜ਼ ਹੋ ਚੁੱਕੇ ਕੇਸ ਨੇ ਕਿ ਉਹ ਬੱਚੇ ਪ੍ਰੋਪਰ ਨਾ ਕੁੜੀ ਨੇ ਨਾ ਮੁੰਡੇ ਨੇ, ਜਿਹੜੇ ਜੰਮੀ ਜਾਂਦੇ ਆ ਅਸੀਂ। ਭਈ ਪਾਗਲਪਨ ਦੀ ਹੱਦ ਹੀ ਹੋ ਗਈ ਕਿ ਅਸੀਂ ਮੁੰਡਾ ਜੰਮਣਾ ਕਿਸੇ ਵੀ ਹਾਲ ਵਿੱਚ। ਇਹੋ ਜਿਹੇ ਜਦੋਂ ਔਰਤਾਂ ਟੈਸਟੋਸਟੇਰੋਨ ਖਾਂਦੀਆਂ ਨੇ, ਉਹ ਕੈਂਸਰ ਉਹਨਾਂ 'ਚ ਬਹੁਤ ਹੱਦ ਤੱਕ ਵੱਧ ਜਾਂਦਾ ਹੈ। ਤਾਂ ਔਰਤ ਵੀ ਮਾਰੀ, ਉਹ ਬੱਚਾ ਵੀ ਨਾ, ਉਹ ਕਿਸੇ ਕਾਸੇ ਜੋਗਾ, ਨਾ ਮੁੰਡਾ ਨਾ ਕੁੜੀ, ਆਪਾਂ ਕੀ ਕਰੀ ਜਾਂਦੇ। ਅੱਛਾ ਭੈਣ ਜੀ, ਇੱਕ ਚੀਜ਼, ਜਿਵੇਂ ਤੁਸੀਂ ਗਰੀਬ ਔਰਤਾਂ ਦੀ ਗੱਲ ਕੀਤੀ ਹੈ, ਮੈਂ ਇੱਥੇ ਦੇਖਿਆ ਕਿ ਕਈ ਸੜਕਾਂ ਦੇ ਉੱਤੇ ਜਿਹੜੀਆਂ ਝੁੱਗੀਆਂ 'ਚ ਔਰਤਾਂ ਰਹਿੰਦੀਆਂ ਨੇ, ਦੇਖੋ 5-5 7-7 ਬੱਚੇ ਜੰਮ ਜਾਂਦੀਆਂ ਨੇ, ਬੱਚਾ ਜੰਮ ਕੇ ਕੰਮ ਤੇ, ਖਾਸ ਕਰਕੇ ਰਾਜਸਥਾਨ ਵਾਲੀਆਂ ਜਿਹੜੀਆਂ ਬੀਬੀਆਂ ਸੜਕਾਂ ਤੇ ਕੰਮ ਕਰਦੀਆਂ ਨੇ, ਬੱਚਾ ਜੰਮਿਆ ਨਾਲ ਦੀ ਨਾਲ ਕੰਮ ਤੇ ਲੱਗ ਗਈਆਂ। ਇਹਨਾਂ ਦੀ ਡਾਈਟ ਦੇਖੋ ਕਿੰਨੀ ਕੁ ਹੁੰਦੀ ਹੈ, ਜਾਂ ਤਾਂ ਫਿਰ ਇਹ ਆਪਾਂ ਕਹਿ ਲਈਏ ਕਿ ਨੌਨ ਵੈਜ ਦੂਜਾ ਬਹੁਤ ਖਾਂਦੇ ਨੇ, ਇਹ ਜਿਹੜਾ ਕਿ ਟਰਡੀਸ਼ਨਲ ਆਪਾਂ ਨਹੀਂ ਖਾਂਦੇ, ਬਿੱਲੇ ਬੁੱਲੇ ਖਾ ਲਏ, ਹੋਰ ਖਾ ਲਿਆ। ਜਿਵੇਂ ਆ ਮੈਂ ਝੁੱਗੀਆਂ 'ਚ ਲੋਕਡਾਊਨ ਵੇਲੇ ਦੇਖਿਆ, ਉਹ ਕਹਿੰਦੇ ਜੀ ਸਾਨੂੰ ਤਾਂ ਨੌਨ ਵੈਜ ਦੇ ਦਿਓ, ਭਾਵੇਂ ਮੁਰਗੇ ਦੀਆਂ ਸਿਰੀਆਂ ਤੇ ਵਾਧੂ ਘਾਟੂ ਸਮਾਨ ਪੰਜੇ ਪੁੰਜੇ ਹੀ ਦੇ ਦਿਓ, ਪਰ ਅਸੀਂ ਕਹਿੰਦੇ ਖਾਣਾ ਨੌਨ ਵੈਜ, ਅਸੀਂ ਕਹਿੰਦੇ ਤੁਹਾਡੀ ਮੂੰਗੀ ਦਾਲ ਨਹੀਂ ਖਾ ਸਕਦੇ। ਬਿਲਕੁਲ ਸਹੀ ਕਹਿੰਦੇ ਹੋ ਤੁਸੀਂ ਭਾਜੀ, ਬਹੁਤ ਹੀ ਕਮਾਲ ਦਾ ਸਵਾਲ ਪੁੱਛਿਆ ਜੇ। ਬਹੁਤ ਘੱਟ ਜਣੇ ਇਸ ਪਾਸੇ ਨੂੰ ਸੋਚਦੇ ਨੇ। ਪਹਿਲੀ ਗੱਲ ਤਾਂ ਉਹਨਾਂ ਦਾ ਸਰੀਰਕ ਪੱਖੋਂ ਬਹੁਤ ਤਗੜੀਆਂ ਹੁੰਦੀਆਂ ਨੇ, ਕਿਉਂਕਿ ਸਾਰਾ ਦਿਨ ਕੰਮ ਤੇ ਜੁਟੇ ਰਹਿਣਾ ਉਹਨਾਂ ਨੇ, ਨਿਆਣਾ ਵੀ ਪੱਠਿਆਂ ਕੁੱਛੜ ਤੇ ਪਿੱਠ ਤੇ ਆਪਣਾ ਤੁਰੀ ਜਾਣਾ, ਸੋ ਹੱਡੀਆਂ ਤਗੜੀਆਂ ਮਜ਼ਬੂਤ ਹੁੰਦੀਆਂ ਨੇ। ਫਿਰ ਉੱਤੋਂ ਬਿਲਕੁਲ ਸਹੀ ਕਹਿੰਦੇ ਹੋ ਕਿ ਕਿਤੋਂ ਖਰੌੜੇ, ਕਿਤੋਂ ਬਚਿਆ ਜੋ ਵੀ ਇਹ ਜੋ ਕੁਛ ਬਚ ਜਾਂਦਾ ਜੇ ਮੀਟ ਮੁਰਗਾ ਉਹਨਾਂ ਨੇ ਜਦੋਂ ਵੇਚ ਲਏ, ਉਹ ਗੰਦ ਵਾਲਾ ਸਭ ਇਕੱਠਾ ਕਰਕੇ
ਆਪਣਾ ਉਹਦੇ ਨਾਲ, ਕਿਉਂਕਿ ਖਰੀਦਣ ਸਬਜ਼ੀਆਂ ਦਾਲਾਂ ਜੋਗੇ ਤਾਂ ਪੈਸੇ ਹੀ ਨਹੀਂ ਹੁੰਦੇ, ਸੋ ਇਹੀ ਲਿਆ ਕੇ ਰੋਜ਼ ਚਾੜਦੇ ਨੇ ਜੀ। ਸੋ ਉਹਦੇ ਨਾਲ ਇਹਨਾਂ ਨੂੰ ਜਿੰਨਾ ਉਹਨਾਂ ਦੇ B12 ਆਇਰਨ ਸਭ ਕੁਝ ਉਹ ਵਿੱਚ ਉਹਨਾਂ ਨੂੰ ਪੂਰਾ ਹੋ ਜਾਂਦਾ ਜੇ। ਸੋ ਇੱਕ ਸਰੀਰਕ ਪੱਖੋਂ ਤਗੜੇ, ਉੱਪਰੋਂ ਇਹੀ ਕਾਰਨ ਜੇ ਕਿ ਇਹਨਾਂ ਦੇ ਤਾਂ ਅਸੀਂ ਅੱਜ ਤੱਕ ਸੁਣਿਆ ਹੀ ਨਹੀਂ ਕੋਈ ਸਿਜ਼ੇਰੀਅਨ ਕਰਨ ਆਈ ਹੋਵੇ। ਨਾ ਬਿਲਕੁਲ ਜੀ, ਬਿਲਕੁਲ। ਸੜਕ ਕਿਨਾਰੇ ਜੰਮ ਕੇ ਉੱਠ ਕੇ ਕੰਮ ਨੂੰ ਦੁਬਾਰਾ ਖੜੀ ਹੋ ਜਾਂਦੀ ਹੈ, ਤੇ ਸਾਡੀਆਂ ਬੀਬੀਆਂ ਇੱਕ ਬੱਚਾ ਜੰਮਣ ਤੋਂ ਬਾਅਦ 40 ਦਿਨ ਮੰਜਾ ਨਹੀਂ ਛੱਡਦੀਆਂ ਨਹੀਂ, ਤੇ ਉਸ ਤੋਂ ਬਾਅਦ ਵੀ ਕੰਮ ਨਹੀਂ ਕਰਨਾ ਸੀ, ਹੁਣ ਘਰ ਕੰਮ ਵਾਲੀ ਰੱਖਣੀ ਹੈ। ਸੋ ਕਿੱਥੋਂ ਸਰੀਰ ਤੁਰਨਗੇ? ਪੋਲੇ ਸਰੀਰਾਂ ਵਾਲੀਆਂ ਅਸੀਂ ਬਣਾ ਦਿੱਤੀਆਂ ਆਪਣੀਆਂ ਬੇਟੀਆਂ। ਇਹ ਚੀਜ਼ਾਂ ਦੇ ਕਾਰਨ ਹੀ ਬਹੁਤ ਸਾਰੇ ਰੋਗ ਨੇ। ਜੇ ਸਾਡੀਆਂ ਬੇਟੀਆਂ ਕਿਤੇ ਸਪੋਰਟਸ ਦੇ ਵਿੱਚ ਜਾਂਦੀਆਂ ਹੋਣ, ਰੈਗੂਲਰ ਕਸਰਤ ਕਰਦੀਆਂ ਹੋਣ, ਤਗੜਾ ਖੁਰਾਕ ਵਧੀਆ ਖਾਂਦੀਆਂ ਹੋਣ, ਸਾਡੀਆਂ ਤਾਂ ਅਸੀਂ ਨਾ ਸੱਚ ਦੱਸੀਏ ਤਾਂ ਬਸ ਵਰਤ ਰੱਖਣ ਤੱਕ ਹੀ ਸੀਮਤ ਨੇ, ਵੀ ਹੋਰ ਪਤਲੀਆਂ ਹੋ ਜਾਈਏ, ਹੋਰ ਵਰਤ ਰੱਖ ਲਈਏ। ਤੇ ਇਸ ਥਾਂ ਤੱਕ ਜਦੋਂ ਸੋਚ ਸੀਮਤ ਹੋ ਜਾਏ, ਫਿਰ ਸਮਝ ਹੀ ਸਕਦੇ ਹਾਂ ਕਿ ਇਹ ਦਿੱਕਤਾਂ ਇਹਨਾਂ 'ਚ ਵੱਧ ਆਉਣੀਆਂ ਹੀ ਆਉਣੀਆਂ ਜੀ। ਸੋ ਬਹੁਤ ਬਹੁਤ ਸ਼ੁਕਰੀਆ ਭੈਣ ਜੀ ਤੁਹਾਡਾ, ਮਿਹਰਬਾਨੀ ਜੀ, ਬਹੁਤ ਧੰਨਵਾਦ। ਸੋ ਇਹ ਸਨ ਡਾਕਟਰ ਸ਼ਿੰਦਰ ਕੌਰ ਹੋਣੀ। ਇਹ ਗੱਲਬਾਤ ਤੁਹਾਨੂੰ ਕਿਸ ਤਰ੍ਹਾਂ ਲੱਗੀ ਤੇ ਕਮੈਂਟ ਜ਼ਰੂਰ ਕਰਨਾ। ਸੋ ਰੇਡੀਓ ਪੰਜਾਬ ਟੂਡੇ ਨਾਲ ਜੇਕਰ ਬਤੌਰ ਹੋਸਟ ਤੁਸੀਂ ਜਾਂ ਬਤੌਰ ਐਂਕਰ ਜੁੜਨਾ ਚਾਹੁੰਦੇ ਹੋ ਤਾਂ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ। ਸੋ ਇਸ ਦੇ ਲਈ ਤੁਸੀਂ ਮੇਰੇ ਨਾਲ 9780141741 ਤੇ 9780141741 ਦੇ ਉੱਤੇ ਸੰਪਰਕ ਕਰ ਸਕਦੇ ਹੋ। ਸੋ ਰੇਡੀਓ ਪੰਜਾਬ ਟੂਡੇ ਹਮੇਸ਼ਾ ਹੀ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਰਹਿੰਦਾ। ਕੁਝ ਹੋਰ ਪ੍ਰੋਗਰਾਮ ਵੀ ਵਧਾਉਣੇ ਨੇ, ਸੋ ਜਲਦੀ ਇਹ ਪ੍ਰੋਗਰਾਮ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਣਗੇ। ਸੋ ਹਮੇਸ਼ਾ ਹੀ ਕੋਸ਼ਿਸ਼ ਰਹਿੰਦੀ ਹੈ ਕਿ ਅਸੀਂ ਤੁਹਾਨੂੰ ਤਾਜ਼ਾ ਤਰੀਨ ਜਿਹੜੀਆਂ ਪੰਜਾਬ ਦੀਆਂ ਖਬਰਾਂ ਵੀ ਤੁਹਾਡੇ ਤੱਕ ਲੈ ਕੇ ਆਉਂਦੇ ਰਹੀਏ। ਸੋ ਫਿਲਹਾਲ ਮੈਨੂੰ ਸਵਰਨ ਸਿੰਘ ਦਾਨੇਵਾਲੀਆ ਨੂੰ ਦਿਓ ਇਜਾਜ਼ਤ। ਫਿਰ ਮੁਲਾਕਾਤ ਹੋਏਗੀ ਕੱਲ੍ਹ ਨੂੰ, ਤੇ ਜੁੜੇ ਰਹੋ ਰੇਡੀਓ ਪੰਜਾਬ ਟੂਡੇ ਦੇ ਨਾਲ।